ਦੋਸਤੋ, ਮੈਂ ਹਰਵਿੰਦਰਪਾਲ ਸਿੰਘ ਕਹਾਣੀਆਂ ਸੁਣਾਵਾਂਗਾ। ਕਹਾਣੀਆਂ ਸਿੱਖ ਇਤਿਹਾਸ ਦੀਆਂ ਤੇ ਕਹਾਣੀਆਂ ਆਪਣੇ ਸੋਹਣੇ ਦੇਸ਼ ਪੰਜਾਬ ਦੀਆਂ। ਅੱਜ ਦੀ ਕਹਾਣੀ ਹੈ ਚਮਕੌਰ ਦੇ ਜੰਗ ਦੀ ਆਖਰੀ ਸ਼ਹੀਦ ਬੀਬੀ ਸ਼ਰਨ ਕੌਰ। ਗੁਰੂ ਗੋਬਿੰਦ ਸਿੰਘ ਜੀ 5 ਸਿੰਘਾਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਛੱਡ ਕੇ ਜਾ ਚੁੱਕੇ ਸਨ। ਕੇਵਲ 40 ਸਿੰਘਾਂ ਦੇ ਨਾਲ ਹੀ ਉਹਨਾਂ ਨੇ 10 ਲੱਖ ਮੁਗਲਿਆ ਫੌਜ ਦਾ ਮੁਕਾਬਲਾ ਕੀਤਾ ਸੀ। ਮੁਗਲ ਸੈਨਾ ਵੱਲੋਂ ਚਮਕੌਰ ਦੀ ਗੜੀ ਤਹਿਸ ਨਹਿਸ ਕਰ ਦਿੱਤੀ ਗਈ ਸੀ। ਗੁਰੂ ਸਾਹਿਬ ਦੇ 2 ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਇਸ ਜੰਗ ਵਿੱਚ ਸ਼ਹੀਦ ਹੋ ਗਏ ਸਨ। ਤਹਿਸ ਨਹਿਸ ਹੋਈ ਗੜੀ ਦੇ ਸਾਹਮਣੇ ਹੀ 40 ਕੁ ਸਿੰਘਾਂ ਦੇ ਨਾਲ ਮੁਗਲ ਸੈਨਿਕਾਂ ਦੀਆਂ ਬੇਸ਼ੁਮਾਰ ਲਾਸ਼ਾਂ ਖਿਲਰੀਆਂ ਪਈਆਂ ਸਨ। ਮੁਗਲ ਫੌਜੀ ਆਪਣੇ ਮਰੇ ਹੋਏ ਸਾਥੀਆਂ ਦੀਆਂ ਲਾਸ਼ਾਂ ਸੰਭਾਲ ਰਹੇ ਸਨ ਤੇ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਇਹ ਸਭ ਕੁਝ ਦੇਖ ਕੇ ਗੁੱਸੇ ਨਾਲ ਤਿਲ ਮਿਲਾ ਰਿਹਾ ਸੀ, ਕਚੀਚੀਆਂ ਵੱਟ ਰਿਹਾ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮੁੱਠੀ ਭਰ ਸਿੰਘਾਂ ਦੇ ਨਾਲ ਹੀ ਮੁਗਲ ਸੈਨਿਕਾਂ ਦੀਆਂ ਲਾਸ਼ਾਂ ਵਿਛਾਉਂਦੇ ਹੋਏ ਘੇਰਾ ਤੋੜ ਕੇ ਨਿਕਲ ਗਏ ਸਨ। ਸੂਬਾਏ ਸਰਹੰਦ ਵਜ਼ੀਰ ਖਾਨ ਨੇ ਮੁਨਾਦੀ ਕਰਾ ਦਿੱਤੀ ਕਿ ਚਮਕੌਰ ਦੀ ਗੜੀ ਨੇਸ ਤੋਂ ਨਾਬੂਦ ਕਰ ਦਿੱਤੀ ਗਈ ਹੈ ਤੇ ਬਾਗੀ ਗੋਬਿੰਦ ਸਿੰਘ ਦੇ 2 ਵੱਡੇ ਪੁੱਤਰਾਂ ਸਮੇਤ ਸਾਰੇ ਦੇ ਸਾਰੇ ਬਾਗੀ ਮਾਰ ਦਿੱਤੇ ਗਏ ਨੇ ਤੇ ਬਾਗੀ ਸਿੱਖਾਂ ਦੀਆਂ ਲਾਸ਼ਾਂ ਕਾਵਾਂ ਤੇ ਕੁੱਤਿਆਂ ਦੇ ਨੋਚ ਕੇ ਖਾਣ ਲਈ ਛੱਡ ਦਿੱਤੀਆਂ ਗਈਆਂ ਨੇ। ਅਗਰ ਕੋਈ ਵੀ ਸ਼ਖਸ ਮਰਦ ਜਾਂ ਔਰਤ ਇਹਨਾਂ ਲਾਸ਼ਾਂ ਦੇ ਨੇੜੇ ਤੇੜੇ ਦਿਖਾਈ ਵੀ ਦਿੱਤਾ ਤਾਂ ਉਸ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਇਹ ਸੁਣ ਕੇ ਚਾਰੇ ਪਾਸੇ ਦਹਿਸ਼ਤ ਛਾ ਗਈ ਸੀ। ਡਰਦੇ ਹੋਏ ਲੋਕ ਘਰਾਂ ਦੇ ਅੰਦਰ ਦੁਬਕ ਗਏ ਸਨ। ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨਾਂ 'ਚ ਉੱਠਣ ਲੱਗੇ। ਕੀ ਗੁਰੂ ਦੇ ਲਾਲਾਂ ਦੇ ਮ੍ਰਿਤਕ ਸਰੀਰ ਇਸੇ ਤਰ੍ਹਾਂ ਹੀ ਰੁਲਦੇ ਰਹਿਣਗੇ? ਕੀ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋ ਸਕੇਗਾ? ਕੀ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੀ ਬੇਕਦਰੀ ਕੀਤੀ ਜਾਏਗੀ? ਚਮਕੌਰ ਦੇ ਨਾਲ ਲੱਗਦੇ ਪਿੰਡ ਰਾਏਪੁਰ ਦਾ ਇੱਕ ਨੌਜਵਾਨ ਪ੍ਰੀਤਮ ਸਿੰਘ ਵੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਿਆ ਸੀ। ਅਜੇ ਕੁਝ ਸਮਾਂ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪਿੱਛੇ ਪਰਿਵਾਰ ਵਿੱਚ ਉਸ ਦੀ ਬਜ਼ੁਰਗ ਮਾਤਾ ਤੇ ਉਸ ਦੀ ਪਤਨੀ ਸ਼ਰਨ ਕੌਰ ਹੀ ਬਾਕੀ ਰਹਿ ਗਏ ਸਨ। ਸ਼ਰਨ ਕੌਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਹੱਥਾਂ ਤੋਂ ਅੰਮ੍ਰਿਤ ਛਕਿਆ ਸੀ ਤੇ ਸ਼ਰਨੀ ਤੋਂ ਸ਼ਰਨ ਕੌਰ ਹੋ ਗਈ ਸੀ। ਅੰਮ੍ਰਿਤ ਛਕਣ ਤੋਂ ਬਾਅਦ ਤਾਂ ਉਸ ਦੇ ਵਿੱਚ ਅੰਤਾਂ ਦਾ ਆਤਮ ਵਿਸ਼ਵਾਸ ਤੇ ਨਿਡਰਤਾ ਆ ਗਈ ਸੀ। ਮੁਨਾਦੀ ਤੋਂ ਬਾਅਦ ਉਹ ਸਮਝ ਗਈ ਸੀ ਕਿ ਉਸ ਦੇ ਪਤੀ ਪ੍ਰੀਤਮ ਸਿੰਘ ਸਮੇਤ ਸਾਰੇ ਸਿੰਘ ਸ਼ਹੀਦ ਹੋ ਗਏ ਨੇ। ਉਸ ਨੇ ਆਪਣੀ ਸੱਸ ਨੂੰ ਵੀ ਸਭ ਕੁਝ ਦੱਸ ਦਿੱਤਾ ਸੀ। ਉਹਨਾਂ ਦੋਹਾਂ ਨੇ ਸਹਿਜੇ ਹੀ ਭਾਣਾ ਮੰਨ ਲਿਆ ਸੀ। ਸ਼ਰਨ ਕੌਰ ਆਪਣੀ ਬਜ਼ੁਰਗ ਸੱਸ ਨੂੰ ਕਹਿਣ ਲੱਗੀ, ਮਾਤਾ ਜੀ, ਮੈਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੀ ਬੇਅਦਬੀ ਹੁੰਦੀ ਨਹੀਂ ਦੇਖ ਸਕਦੀ। ਮੈਂ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਕਰਨਾ ਚਾਹੁੰਦੀ ਹਾਂ। ਸ਼ਰਨ ਕੌਰੇ, ਇਹ ਕੰਮ ਬਹੁਤ ਔਖਾ ਏ। ਮਨਾਦੀ ਸੁਣੀ ਆ ਨਾ ਤੂੰ? ਪਹਿਰਾ ਬਹੁਤ ਸਖਤ ਏ। ਜੀ ਮਾਤਾ ਜੀ, ਮੈਂ ਜਾਣਦੀ ਹਾਂ। ਦੁਖੀ ਹਿਰਦੇ ਨਾਲ ਮਾਤਾ ਕਹਿਣ ਲੱਗੀ, 40 ਸਿੰਘ ਸਨ ਗੁਰੂ ਜੀ ਦੇ ਨਾਲ। ਤੂੰ ਹੀ ਇਕੱਲੀ ਇੰਨੇ ਸਰੀਰਾਂ ਨੂੰ ਕਿਵੇਂ ਸੰਭਾਲੇਂਗੀ? ਮਾਤਾ ਜੀ, ਮੈਂ ਅਰਦਾਸ ਕਰ ਚੁੱਕੀ ਹਾਂ। ਹੁਣ ਵਾਹਿਗੁਰੂ ਆਪੇ ਸਹਾਈ ਹੋਵੇਗਾ। ਉਹ ਤਾਂ ਠੀਕ ਹੈ, ਪਰ ਤੂੰ ਹਨੇਰੇ 'ਚ ਸਿੰਘਾਂ ਦੀਆਂ ਲਾਸ਼ਾਂ ਪਛਾਣੇਗੀ ਕਿਵੇਂ? ਉਹਨਾਂ ਦੀਆਂ ਕਲਾਈਆਂ 'ਚ ਪਏ ਕੜਿਆਂ ਤੋਂ, ਉਹਨਾਂ ਦੇ ਦਮਾਲਿਆਂ ਤੋਂ ਤੇ ਲੰਬੇ ਕੇਸਾਂ ਤੋਂ। ਇਹ ਕਹਿੰਦੇ ਹੋਏ ਸ਼ਰਨ ਕੌਰ ਨੇ ਵੱਡੀ ਕਿਰਪਾਨ
ਕਮਰ ਕੱਸੇ ਵਿੱਚ ਸਜਾ ਕੇ ਉੱਤੋਂ ਦੀ ਲੋਈ ਦੀ ਬੁੱਕਲ ਮਾਰ ਲਈ ਤੇ ਮਾਤਾ ਦੇ ਪੈਰ ਛੂੰਹਦੇ ਹੋਏ ਕਹਿਣ ਲੱਗੀ, ਮਾਤਾ ਜੀ, ਮੈਂ ਜਾ ਰਹੀ ਹਾਂ। ਹੋ ਸਕਦਾ ਹੈ ਕਿ ਮੈਂ ਵਾਪਸ ਨਾ ਆ ਸਕਾਂ। ਮੈਨੂੰ ਆਸ਼ੀਰਵਾਦ ਦਿਓ। ਬਜ਼ੁਰਗ ਮਾਤਾ ਨੇ ਆਪਣੇ ਕੰਬਦੇ ਹੋਏ ਦੋਵੇਂ ਹੱਥ ਸ਼ਰਨ ਕੌਰ ਦੇ ਸਿਰ ਤੇ ਰੱਖਦੇ ਹੋਏ ਕਿਹਾ, ਜਾ ਪੁੱਤਰ ਜਾ, ਮੁਗਲਾਂ ਦੇ ਜ਼ੁਲਮ ਤੋਂ ਆਜ਼ਾਦੀ ਲਈ ਕੁਰਬਾਨੀ ਤਾਂ ਦੇਣੀ ਪੈਣੀ ਹੈ। ਸ਼ਰਨ ਕੌਰ ਮਾਤਾ ਤੋਂ ਆਸ਼ੀਰਵਾਦ ਲੈ ਕੇ ਘਰੋਂ ਨਿਕਲ ਤੁਰੀ। ਗੜੀ ਦੇ ਨੇੜੇ ਪਹੁੰਚਦੇ ਤੱਕ ਹਨੇਰਾ ਹੋ ਚੁੱਕਾ ਸੀ। ਪੋਹ ਦਾ ਮਹੀਨਾ ਸੀ, ਕਹਿਰਾਂ ਦੀ ਠੰਡ ਸੀ। ਠੰਡ ਤੇ ਹਨੇਰੇ ਦੇ ਕਾਰਨ ਹੀ ਮੁਗਲ ਸਿਪਾਹੀ ਆਪਣੇ ਸੈਨਿਕਾਂ ਦੀਆਂ ਲਾਸ਼ਾਂ ਸਾਂਭਣ ਦਾ ਕੰਮ ਵਿੱਚੇ ਹੀ ਛੱਡ ਕੇ ਤੰਬੂਆਂ ਚਲੇ ਗਏ ਸਨ। ਪਰ ਸ਼ਰਨ ਕੌਰ ਦਾ ਇਰਾਦਾ ਠੰਡ ਨਾਲੋਂ ਜ਼ਿਆਦਾ ਮਜ਼ਬੂਤ ਸੀ। ਉਸਨੇ ਇੱਕ ਦਰਖਤ ਦੇ ਓਹਲੇ ਲੁਕ ਕੇ ਸਿਪਾਹੀਆਂ ਦੀ ਹਿਲਜੁਲ ਖਤਮ ਹੋਣ ਦਾ ਇੰਤਜ਼ਾਰ ਕੀਤਾ ਤੇ ਉੱਥੇ ਹੀ ਕੁਝ ਜਗ੍ਹਾ ਸਾਫ਼ ਕਰਕੇ ਚਿਖਾ ਲਈ ਤਿਆਰ ਕਰ ਲਈ। ਸਿਪਾਹੀਆਂ ਦੀ ਹਿਲਜੁਲ ਖਤਮ ਹੁੰਦੇ ਹੀ ਸ਼ਰਨ ਕੌਰ ਸਿੰਘਾਂ ਦੀਆਂ ਲਾਸ਼ਾਂ ਲੱਭਣ ਲਈ ਤੁਰ ਪਈ। ਉਹ ਕੜੇ ਵਾਲੇ ਹੱਥਾਂ ਤੋਂ, ਖੁੱਲੇ ਕੇਸਾਂ ਤੋਂ ਜਾਂ ਦੁਮਾਲੇ ਤੋਂ ਸਿੰਘਾਂ ਦੀ ਪਛਾਣ ਕਰਦੀ, ਲਾਸ਼ ਨੂੰ ਚੁੱਕਦੀ ਤੇ ਸਤਿਕਾਰ ਨਾਲ ਚਿਖਾ ਵਾਲੀ ਥਾਂ ਤੇ ਲਿਜਾ ਕੇ ਰੱਖ ਦਿੰਦੀ। ਸ਼ਰਨ ਕੌਰ ਪੰਜਾਬਣ ਜੁੱਸੇ ਦੀ ਮਾਲਕ ਸੀ। ਹਲਕੇ ਸਰੀਰ ਨੂੰ ਤਾਂ ਉਹ ਆਪਣੀਆਂ ਮਜ਼ਬੂਤ ਬਾਹਾਂ 'ਚ ਸੰਭਾਲ ਲੈਂਦੀ ਤੇ ਭਾਰੇ ਸਰੀਰ ਨੂੰ ਉਹ ਆਪਣੀ ਪਿੱਠ ਤੇ ਲੱਦ ਕੇ ਚਿਖਾ ਤੱਕ ਲੈ ਜਾਂਦੀ। ਉਹ ਸ਼ਹੀਦ ਸਿੰਘਾਂ ਦੇ ਖੁੱਲੇ ਹੋਏ ਕੇਸਾਂ ਨੂੰ ਸੰਭਾਲਦੀ, ਉਹਨਾਂ ਦੇ ਦੁਮਾਲੇ ਠੀਕ ਕਰਦੀ ਤੇ ਬੜੇ ਹੀ ਸਤਿਕਾਰ ਦੇ ਨਾਲ ਇੱਕ ਦੇ ਨਾਲ ਦੂਜੀ ਤੇ ਉੱਪਰ ਥੱਲੇ ਕਰਕੇ ਲਾਸ਼ਾਂ ਚਿਣਦੀ ਜਾ ਰਹੀ ਸੀ। ਲਾਸ਼ਾਂ ਚੁੱਕਦੇ ਚੁੱਕਦੇ ਅੱਧੀ ਰਾਤ ਬੀਤ ਗਈ ਸੀ। ਇੱਕ ਇੱਕ ਕਰਕੇ 30 ਤੋਂ ਵੱਧ ਲਾਸ਼ਾਂ ਚਿਖਾ ਤੇ ਲਿਟਾ ਚੁੱਕੀ ਸੀ ਬਹਾਦਰ ਭੈਣ ਸ਼ਰਨ ਕੌਰ। ਉਸ ਦਾ ਸਾਰਾ ਸਰੀਰ ਦੁਖ ਰਿਹਾ ਸੀ। ਉਸ ਤੋਂ ਤੁਰਿਆ ਨਹੀਂ ਸੀ ਜਾ ਰਿਹਾ। ਹੱਡ ਚੀਰਵੀਂ ਠੰਡ ਦੇ ਨਾਲ ਉਸ ਦੇ ਹੱਥ ਪੈਰ ਸੁੰਨ ਹੋ ਚੁੱਕੇ ਸਨ, ਪਰ ਉਹ ਲਗਾਤਾਰ ਲਾਸ਼ਾਂ ਢੋਂਦੀ ਜਾ ਰਹੀ ਸੀ। ਉਸ ਦਾ ਮਨ ਕੀਤਾ ਕਿ ਥੋੜਾ ਆਰਾਮ ਹੀ ਕਰ ਲਵਾਂ ਜਾਂ ਅੱਗ ਹੀ ਸੇਕ ਲਵਾਂ, ਪਰ ਅੱਗ ਬਾਲ ਕੇ ਸੇਕਣਾ ਤਾਂ ਮੌਤ ਨੂੰ ਸੱਦਾ ਦੇਣਾ ਸੀ ਤੇ ਉਹ ਆਰਾਮ ਕਿਵੇਂ ਕਰ ਸਕਦੀ ਸੀ। ਅਜੇ ਤਾਂ ਉਸ ਨੂੰ ਆਪਣੇ ਪਿਆਰੇ ਪਤੀ ਪ੍ਰੀਤਮ ਸਿੰਘ ਦੀ ਲਾਸ਼ ਵੀ ਨਹੀਂ ਸੀ ਮਿਲੀ ਤੇ ਨਾ ਹੀ ਸਾਹਿਬਜ਼ਾਦਿਆਂ ਦੇ ਮ੍ਰਿਤਕ ਸਰੀਰ ਲੱਭੇ ਸਨ। ਗੁੱਪ ਹਨੇਰੇ ਦੇ ਵਿੱਚ ਸ਼ਰਨ ਕੌਰ ਨੇ ਹੱਥ ਜੋੜ ਕੇ ਮਨ ਹੀ ਮਨ ਅਰਦਾਸ ਕੀਤੀ। ਦੋਵੇਂ ਹੱਥਾਂ ਨੂੰ ਜ਼ੋਰ-ਜ਼ੋਰ ਨਾਲ ਆਪਸ ਰਗੜਿਆ ਤੇ ਵਾਹਿਗੁਰੂ ਆਖ ਕੇ ਮੁੜ ਤੋਂ ਸਿੰਘਾਂ ਦੇ ਮ੍ਰਿਤਕ ਸਰੀਰ ਢੂੰਡਣ ਲੱਗ ਪਈ। ਅਚਾਨਕ ਰਾਤ ਦੇ ਹਨੇਰੇ ਵਿੱਚ ਉਸ ਨੂੰ ਇੱਕ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ। ਇਹ ਤਾਂ ਉਹੀ ਚਮਕਦਾ ਹੋਇਆ ਕੜਾ ਸੀ ਜੋ ਉਸਨੇ ਆਪਣੇ ਪਿਆਰੇ ਪ੍ਰੀਤਮ ਸਿੰਘ ਦੇ ਹੱਥ 'ਚ ਅਨੰਦਪੁਰ ਸਾਹਿਬ ਤੋਂ ਪਵਾਇਆ ਸੀ। ਸ਼ਰਨ ਕੌਰ ਨੇ ਆਪਣੇ ਮ੍ਰਿਤਕ ਪਤੀ ਦਾ ਸਿਰ ਆਪਣੀ ਗੋਦ 'ਚ ਰੱਖ ਲਿਆ ਤੇ ਆਪਣੇ ਪੱਲੂ ਦੇ ਨਾਲ ਉਸ ਦਾ ਲਹੂ ਭਿੱਜਿਆ ਮੁਖੜਾ ਸਾਫ਼ ਕੀਤਾ ਤੇ ਉਸ ਦੀਆਂ ਅੱਖਾਂ 'ਚੋਂ ਪਿਆਰ ਦੇ ਹੰਝੂ ਵਹਿ ਤੁਰੇ। ਪਰ ਉਹ ਸੰਭਲੀ। ਹਿੰਮਤ ਕਰਕੇ ਉਸਨੇ ਪ੍ਰੀਤਮ ਸਿੰਘ ਦਾ ਸਰੀਰ ਆਪਣੀ ਪਿੱਠ ਤੇ ਚੁੱਕ ਲਿਆ ਤੇ ਹੌਲੀ-ਹੌਲੀ ਤੁਰਨ ਲੱਗੀ ਕਿ ਅਚਾਨਕ ਉਸ ਨੂੰ ਕੁਝ ਅਸਪਸ਼ਟ ਜਿਹੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਉਸਨੇ ਹਨੇਰੇ ਵਿੱਚ ਨਜ਼ਰ ਟਿਕਾ ਕੇ ਦੇਖਿਆ ਤਾਂ ਫੌਜ ਦੀ ਇੱਕ ਟੁਕੜੀ ਮਸ਼ਾਲਾਂ ਲੈ ਕੇ ਉਸ ਨੂੰ ਆਪਣੇ ਵੱਲ ਆਉਂਦੀ ਹੋਈ ਦਿਸ ਪਈ। ਉਹ ਬਿਨਾਂ ਕੋਈ ਆਵਾਜ਼ ਕੀਤੇ ਉੱਥੇ ਹੀ ਲਾਸ਼ ਬਣ ਕੇ ਧਰਤੀ ਤੇ ਲੇਟ ਗਈ। ਦਗੜ-ਦਗੜ ਕਰਦੇ ਸਿਪਾਹੀਆਂ ਦੇ ਪੈਰਾਂ ਥੱਲੇ ਉਹ ਮਿੱਧੀ ਵੀ ਗਈ, ਪਰ ਉਸਨੇ ਸੀ ਤੱਕ ਨਹੀਂ ਸੀ ਕੀਤੀ। ਫੌਜੀ ਟੁਕੜੀ ਥੋੜੀ ਦੂਰ ਚਲੀ ਗਈ ਤਾਂ ਉਹ ਫਿਰ ਉੱਠੀ। ਉਸਨੇ ਪ੍ਰੀਤਮ ਸਿੰਘ ਦੀ ਲਾਸ਼ ਨੂੰ ਫਿਰ ਸੰਭਾਲਿਆ ਤੇ ਹੌਲੀ-ਹੌਲੀ ਤੁਰਦੀ ਹੋਈ ਚਿਖਾ ਦੇ ਕੋਲ ਜਾ ਪਹੁੰਚੀ।
ਸ਼ਰਨ ਕੌਰ ਨੇ ਆਪਣੇ ਪਿਆਰੇ ਪਤੀ ਪ੍ਰੀਤਮ ਸਿੰਘ ਦੀ ਲਾਸ਼ ਨੂੰ ਵੀ ਚਿਖਾ ਤੇ ਪਾ ਦਿੱਤਾ। ਰਾਤ ਦਾ ਤੀਜਾ ਪਹਿਰ ਬੀਤਦਾ ਜਾ ਰਿਹਾ ਸੀ। ਸਰਦੀ ਦਾ ਕਹਿਰ ਸਿਖਰ ਤੇ ਪਹੁੰਚ ਗਿਆ ਸੀ, ਪਰ ਸ਼ਰਨ ਕੌਰ ਨੂੰ ਅਜੇ ਤੱਕ ਸਾਹਿਬਜ਼ਾਦਿਆਂ ਦੇ ਮ੍ਰਿਤਕ ਸਰੀਰ ਨਹੀਂ ਲੱਭੇ ਸਨ। ਸਾਹਿਬਜ਼ਾਦਿਆਂ ਨੂੰ ਤਾਂ ਉਹ ਚੰਗੀ ਤਰ੍ਹਾਂ ਪਛਾਣਦੀ ਵੀ ਸੀ। ਵੱਡਾ ਸਾਹਿਬਜ਼ਾਦਾ ਅਜੀਤ ਸਿੰਘ, ਉਮਰ 19 ਕੁ ਸਾਲ, ਨਿੱਕੀ ਨਿੱਕੀ ਦਾੜੀ ਤੇ ਨੂਰੋ ਨੂਰ ਚਿਹਰਾ। ਛੋਟਾ ਸਾਹਿਬਜ਼ਾਦਾ ਜੁਝਾਰ ਸਿੰਘ, ਉਮਰ 14 ਸਾਲ ਤੇ ਗੁਲਾਬ ਦੇ ਫੁੱਲ ਵਾਂਗੂ ਟਹਿਕਦਾ ਹੋਇਆ ਮਾਸੂਮ ਚਿਹਰਾ। ਸਾਹਿਬਜ਼ਾਦਿਆਂ ਨੂੰ ਲੱਭਦੇ ਲੱਭਦੇ ਉਹ ਲਾਸ਼ਾਂ ਦੇ ਇੱਕ ਢੇਰ ਕੋਲ ਪਹੁੰਚ ਗਈ, ਪਰ ਇਹ ਤਾਂ ਸਾਰੀਆਂ ਮੁਗਲਾਂ ਦੀਆਂ ਲਾਸ਼ਾਂ ਸਨ। ਉਸਨੇ ਧਿਆਨ ਨਾਲ ਦੇਖਿਆ ਤਾਂ ਇਹਨਾਂ ਦੇ ਨੇੜੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਦਾ ਮ੍ਰਿਤਕ ਸਰੀਰ ਪਿਆ ਸੀ। ਇਹ ਸਾਰੇ ਦੇ ਸਾਰੇ ਮੁਗਲ ਸੈਨਿਕ ਅਜੀਤ ਸਿੰਘ ਦੀ ਤਲਵਾਰ ਦੀ ਭੇਟ ਚੜੇ ਸਨ। ਅਜੀਤ ਸਿੰਘ ਦਾ ਸਰੀਰ ਨੇਜ਼ਿਆਂ ਦੇ ਨਾਲ ਵਿੰਨਿਆ ਪਿਆ ਸੀ ਤੇ ਛੋਟਾ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਵੱਡੇ ਵੀਰ ਅਜੀਤ ਸਿੰਘ ਦੀ ਬਾਂਹ ਤੇ ਸਿਰ ਰੱਖੀ ਜਿਵੇਂ ਸੁੱਤਾ ਪਿਆ ਸੀ। ਜੰਗ ਵਿੱਚ ਜੂਝਦੇ ਹੋਏ ਇੱਕ ਤੀਰ ਜੁਝਾਰ ਸਿੰਘ ਦੇ ਫੁੱਲਾਂ ਵਰਗੇ ਜਿਸਮ ਤੋਂ ਆਰ ਪਾਰ ਹੋ ਗਿਆ ਸੀ, ਪਰ ਉਹ ਡਿੱਗਦਾ ਡਿੱਗਦਾ ਆਪਣੇ ਵੀਰ ਅਜੀਤ ਸਿੰਘ ਕੋਲ ਪਹੁੰਚ ਗਿਆ। ਅਜੀਤ ਤੇ ਜੁਝਾਰ ਨਾ ਕਦੀ ਜਿਉਂਦੇ ਵਿਛੜੇ ਸਨ ਤੇ ਨਾ ਹੀ ਮਰ ਕੇ। ਇਹ ਦੇਖ ਕੇ ਸ਼ਰਨ ਕੌਰ ਦੀਆਂ ਭੁੱਬਾਂ ਨਿਕਲ ਰਹੀਆਂ ਸਨ, ਪਰ ਉਹ ਜਾਣਦੀ ਸੀ ਕਿ ਕੋਈ ਵੀ ਉੱਚੀ ਆਵਾਜ਼ ਉਸ ਦਾ ਮਨੋਰਥ ਨਾਕਾਮ ਕਰ ਸਕਦੀ ਸੀ। ਸ਼ਰਨ ਕੌਰ ਨੇ ਜੁਝਾਰ ਸਿੰਘ ਨੂੰ ਆਪਣੀਆਂ ਬਾਹਾਂ 'ਚ ਸੰਭਾਲਿਆ ਤੇ ਉਸ ਦੇ ਸੀਨੇ 'ਚੋਂ ਖੁੱਭੇ ਹੋਏ ਤੀਰ ਨੂੰ ਖਿੱਚ ਕੇ ਬਾਹਰ ਕੱਢਿਆ ਤੇ ਤੇਜ਼ੀ ਨਾਲ ਚਿਖਾ ਦੇ ਵੱਲ ਚੱਲ ਪਈ। ਉਸ ਨੇ ਬੜੇ ਅਦਬ ਦੇ ਨਾਲ ਜੁਝਾਰ ਸਿੰਘ ਦੇ ਕੋਮਲ ਸਰੀਰ ਨੂੰ ਚਿਖਾ ਤੇ ਲਿਟਾ ਦਿੱਤਾ। ਫਿਰ ਉਹ ਕਾਹਲੀ ਨਾਲ ਪਰਤ ਕੇ ਅਜੀਤ ਸਿੰਘ ਕੋਲ ਪਹੁੰਚ ਗਈ। ਸਾਹਿਬਜ਼ਾਦਾ ਅਜੀਤ ਸਿੰਘ ਦਾ ਚਿਹਰਾ ਅਜੇ ਵੀ ਖਿੜਿਆ ਹੋਇਆ ਸੀ। ਲੱਗਦਾ ਸੀ ਜਿਵੇਂ ਹੁਣੇ ਹੀ ਉੱਠ ਕੇ ਗੱਲਾਂ ਕਰਨ ਲੱਗ ਪਏਗਾ। ਸ਼ਰਨ ਕੌਰ ਮਨ ਹੀ ਮਨ ਕਹਿਣ ਲੱਗੀ, ਵੀਰਿਆ, ਗੁਰੂ ਪਿਤਾ ਤਾਂ ਤੇਰੇ ਵਿਆਹ ਦੀਆਂ ਗੱਲਾਂ ਕਰਦੇ ਸਨ, ਪਰ ਤੂੰ ਤਾਂ ਦੁਨੀਆ ਤੋਂ ਹੀ ਤੁਰ ਗਿਆ। ਸ਼ਰਨ ਕੌਰ ਦਾ ਰੋਣਾ ਨਿਕਲ ਰਿਹਾ ਸੀ, ਪਰ ਉਸ ਨੇ ਦ੍ਰਿੜ ਹੋ ਕੇ ਅਜੀਤ ਸਿੰਘ ਦੇ ਸਰੀਰ ਨੂੰ ਪਿੱਠ ਤੇ ਚੁੱਕਿਆ ਤੇ ਚੱਲ ਪਈ। ਉਸ ਨੇ ਬੜੇ ਹੀ ਸਤਿਕਾਰ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜੁਝਾਰ ਸਿੰਘ ਦੇ ਨਾਲ ਹੀ ਚਿਖਾ ਤੇ ਲਿਟਾ ਦਿੱਤਾ। ਫਿਰ ਉਹ ਹੰਝੂਆਂ ਨੂੰ ਪੂੰਝਦੀ ਹੋਈ ਕਾਲੀ ਕਾਲੀ ਲੱਕੜਾਂ ਦੀ ਭਾਲ ਵਿੱਚ ਨਿਕਲ ਪਈ ਤਾਂ ਕਿ ਜਲਦੀ ਤੋਂ ਜਲਦੀ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਜਾ ਸਕੇ। ਉਸ ਨੂੰ ਪਿੰਡ ਦੇ ਬਾਹਰ ਹੀ ਪਰਾਲੀ, ਛਟੀਆਂ ਤੇ ਲੱਕੜਾਂ ਦੇ ਢੇਰ ਲੱਭ ਗਏ। ਉਸ ਨੇ ਕਾਹਲੀ ਨਾਲ ਛਟੀਆਂ ਤੇ ਲੱਕੜਾਂ ਚਿਣ ਕੇ ਸਿੰਘਾਂ ਦੀ ਚਿਖਾ ਸਜਾ ਦਿੱਤੀ। ਸ਼ਰਨ ਕੌਰ ਨੇ ਭਰੇ ਮਨ ਨਾਲ ਅੰਤਮ ਅਰਦਾਸ ਕਰਕੇ ਚਿਖਾ ਨੂੰ ਅਗਨ ਭੇਂਟ ਕਰ ਦਿੱਤਾ। ਉਹ ਚਿਖਾ ਦੇ ਆਲੇ ਦੁਆਲੇ ਗੇੜੇ ਕੱਢ ਕੇ ਬਾਲਣ ਪਾਉਂਦੀ ਹੋਈ ਚਿਖਾ ਦੀ ਅੱਗ ਪਖਾਈ ਜਾਂਦੀ ਤੇ ਨਾਲ ਹੀ ਕੀਰਤਨ ਸੋਹਲੇ ਦਾ ਪਾਠ ਕਰੀ ਜਾਂਦੀ। ਦੇਖਦੇ ਹੀ ਦੇਖਦੇ ਹਨੇਰ ਤੇ ਠੰਡ ਨੂੰ ਮਾਤ ਪਾਉਂਦੇ ਹੋਏ ਅੱਗ ਦੇ ਭਾਂਬੜ ਬਲਣ ਲੱਗੇ। ਅੱਗ ਦਾ ਵੱਡਾ ਭਾਂਬੜ ਦੇਖ ਕੇ ਮੁਗਲ ਫੌਜ ਦੀ ਟੁਕੜੀ ਬੁਖਲਾਈ ਹੋਈ ਉੱਥੇ ਪਹੁੰਚੀ, ਪਰ ਸ਼ਰਨ ਕੌਰ ਆਪਣੀ ਧੁਨ ਵਿੱਚ ਮਸਤ ਬਾਲਣ ਪਾ ਪਾ ਕੇ ਅੱਗ ਪਖਾਈ ਜਾਂਦੀ। ਥਾਣੇਦਾਰ ਰੋਬ ਨਾਲ ਬੋਲਿਆ, ਐ ਲੜਕੀ, ਕੌਣ ਹੈ ਤੂੰ? ਮੈਂ ਸਿੰਘਣੀ। ਐਨੀ ਰਾਤ ਗਏ, ਇੱਥੇ ਕੀ ਕਰ ਰਹੀ ਹੈ? ਸੇਵਾ ਕਰ ਰਹੀ ਹਾਂ। ਕੈਸੀ ਸੇਵਾ? ਮੈਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦਾ ਅੰਤਮ ਸੰਸਕਾਰ ਕਰ ਰਹੀ ਹਾਂ।
ਥਾਣੇਦਾਰ ਗੁੱਸੇ 'ਚ ਕੜਕਿਆ, ਇਹ ਤਾਂ ਬਾਗੀਆਂ ਦੀਆਂ ਲਾਸ਼ਾਂ ਨੇ। ਸਿਪਾਹੀਓ, ਪਕੜ ਲਓ ਇਸ ਨੂੰ। ਸ਼ਰਨ ਕੌਰ ਤਲਵਾਰ ਮਿਆਨ ਚੋਂ ਕੱਢਦੇ ਹੋਏ ਗਰਜੀ, ਖਬਰਦਾਰ, ਕੋਈ ਅੱਗੇ ਵਧਿਆ ਤਾਂ ਨਾਭੀ ਚੀਰ ਦਿਆਂਗੀ। ਸਿਪਾਹੀਆਂ ਨੇ ਸ਼ਰਨ ਕੌਰ ਨੂੰ ਘੇਰ ਲਿਆ। ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਤਲਵਾਰ ਫੜ ਕੇ ਸਿਪਾਹੀਆਂ ਤੇ ਟੁੱਟ ਪਈ। ਉਸ ਨੇ ਕਈਆਂ ਨੂੰ ਮਾਰ ਮੁਕਾਇਆ ਤੇ ਕਈਆਂ ਨੂੰ ਫੱਟੜ ਕਰ ਦਿੱਤਾ। ਇਧਰ ਥਾਣੇਦਾਰ ਨੇ ਮੌਕਾ ਪਾ ਕੇ ਉਸ ਦੀ ਵੱਖੀ ਵਿੱਚ ਨੇਜ਼ਾ ਖੋਭ ਦਿੱਤਾ ਤੇ ਸ਼ਰਨ ਕੌਰ ਵਾਹਿਗੁਰੂ ਆਖ ਕੇ ਥੱਲੇ ਡਿੱਗ ਪਈ। ਥਾਣੇਦਾਰ ਚੀਖਿਆ, ਇਸ ਨੂੰ ਵੀ ਬਲਦੀ ਹੋਈ ਚਿਤਾ ਵਿੱਚ ਸੁੱਟ ਦਿੱਤਾ ਜਾਏ। ਸਿਪਾਹੀ ਜ਼ਖਮੀ ਸ਼ਰਨ ਕੌਰ ਨੂੰ ਜਿਉਂਦੀ ਨੂੰ ਹੀ ਬਲਦੀ ਹੋਈ ਅੱਗ 'ਚ ਸੁੱਟਣ ਲੱਗੇ। ਬਹਾਦਰ ਸ਼ਰਨ ਕੌਰ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਸ ਨੇ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਹੈ। ਉਸ ਦੀ ਸਕੂਨ ਨਾਲ ਭਰੀ ਹੋਈ ਆਵਾਜ਼ ਖਲਾ ਵਿੱਚ ਉਭਰੀ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਐ ਪੂਰਨ ਪਰਮਾਨੰਦ। ਬੀਬੀ ਸ਼ਰਨ ਕੌਰ ਉਸੇ ਚਿਖਾ ਵਿੱਚ ਸ਼ਹੀਦ ਕਰ ਦਿੱਤੀ ਗਈ। ਬੀਬੀ ਸ਼ਰਨ ਕੌਰ ਦਾ ਨਾਂ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ। ਚਮਕੌਰ ਸਾਹਿਬ ਵਿਖੇ ਬੀਬੀ ਸ਼ਰਨ ਕੌਰ ਦੀ ਯਾਦਗਾਰ ਮੌਜੂਦ ਹੈ। ਦੋਸਤੋ, ਅਗਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਇਹੋ ਜਿਹੀਆਂ ਹੋਰ ਇਤਿਹਾਸ ਨਾਲ ਸੰਬੰਧਿਤ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।